ਅੱਛਾ, ਉਹਨਾਂ ਦੇ ਵਿੱਚੋਂ 165 ਜਿਹੜੇ ਵਾਰਸ ਨੇ, ਉਹਨਾਂ ਨੂੰ 2-2 ਤੇ 3-3 ਨੌਕਰੀਆਂ ਦਿੱਤੀਆਂ ਗਈਆਂ। ਦੂਜੇ ਪਾਸੇ ਉਹ ਪਰਿਵਾਰ ਵੀ ਸਾਡੇ ਕੋਲੇ ਗਰਾਊਂਡ ਤੇ ਆ, ਜਿਨ੍ਹਾਂ ਦੀ ਪੈਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਆ, ਜਿਨ੍ਹਾਂ ਨੂੰ ਇੱਕ ਵੀ ਨੌਕਰੀ ਨਹੀਂ ਮਿਲੀ। ਤੁਹਾਡੇ ਪਰਿਵਾਰ ਨੂੰ ਕਿਸੇ ਨੂੰ ਨੌਕਰੀ ਮਿਲੀ? ਨਹੀਂ ਜੀ, ਕਿਸੇ ਨੂੰ ਕੁਛ ਨਹੀਂ ਮਿਲਿਆ। ਅਸੀਂ ਤਾਂ ਹੁਣ ਭਾਂਡੇ ਮਾਂਜ ਕੇ ਰੋਟੀ ਖਾਂਦੇ ਹਾਂ। ਪਰ ਅਸੀਂ ਇਸ ਗੱਲ ਦੇ ਹਾਮੀ ਆ ਕਿ ਸਰਕਾਰ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ ਵੀ ਇਹ ਜਿਹੜੇ ਕਾਲੇ ਦੌਰ ਦੇ ਵਿੱਚ ਵਿਚਾਰੇ ਜਿਨ੍ਹਾਂ ਨੇ ਆਪਦੇ ਪਤੀ, ਆਪਣੇ ਪਰਿਵਾਰ ਦੇ ਮੈਂਬਰ ਗਵਾ ਲਏ, ਤੇ ਇਹਨਾਂ ਨੂੰ ਜੇ ਤੁਸੀਂ ਗਰੀਬ ਨੇ, ਲੋੜਵੰਦ ਨੇ, ਜੇਕਰ ਲੋੜ ਮੁਤਾਬਕ ਇਹਨਾਂ ਨੂੰ ਦੂਜੀ ਨੌਕਰੀ ਵੀ ਤੁਸੀਂ ਦੇ ਦਿਓ ਜਿਵੇਂ ਦੂਜਿਆਂ ਨੂੰ ਦਿੱਤੀ ਆ, ਤੇ ਇਹਨਾਂ ਨੂੰ ਵੀ ਦੇ ਦਿਓ, ਤਾਂ ਇਹਨਾਂ ਦਾ ਵਿਚਾਰਿਆਂ ਦਾ ਗੁਜ਼ਾਰਾ ਸੌਖਾ ਹੋ ਜਾਏ। ਪਹਿਲਾਂ ਅਸੀਂ ਲਾਤੀਆਂ ਸੀ, ਜਦ ਵੀ ਅਸੀਂ ਚੰਡੀਗੜ੍ਹ ਜਾਂਦੇ ਸੀ ਉਹ ਕਹਿੰਦੇ ਤੇ ਸੀ ਸਾਨੂੰ ਆਉਣ ਦੀ ਕੋਈ ਲੋੜ ਨਹੀਂ, ਤੁਹਾਡਾ ਕੰਮ ਓਕੇ ਆ, ਤੁਹਾਡਾ ਕੰਮ ਓਕੇ। ਅਸੀਂ ਕੋਈ ਬਹੁਤ ਗੇੜੇ ਮਾਰੇ। ਅਸੀਂ ਉਹਨਾਂ ਦੀ ਆਪਾਂ ਲਹਿਰ ਨਾਲ ਜੁੜਿਆਂ ਨੂੰ ਕੱਢ ਦਈਏ ਕਿਉਂਕਿ ਉਹ ਤਾਂ ਦਾਗੀ ਨੇ, ਆਪਾਂ ਮੰਨ ਲੈਂਦੇ ਹਾਂ। ਪਰ ਜਿਹੜੇ ਦਾਗੀ ਨਹੀਂ ਹੈਗੇ, ਜਿਹੜੇ ਵਿਚਾਰੇ ਤੜਕੇ ਪਾਠ ਕਰਨ ਰੌਲ ਲਾਉਣ ਗਏ, ਮੁੜ ਕੇ ਨਹੀਂ ਆਏ, ਰਾਤ ਨੂੰ 11 ਵਜੇ ਦਵਾਈ ਲੈਣ ਗਏ, ਉਹ ਮੁੜ ਕੇ ਨਹੀਂ ਆਏ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਜੀ। 1991 ਦਾ। ਅੱਛਾ। ਹਾਂਜੀ, ਤੇ ਬੀਬੀ ਤੇ ਬਾਪੂ ਤੇ ਭਰਾ ਜੀ। ਤੁਹਾਡੇ ਪਰਿਵਾਰ ਦੇ 3 ਮੈਂਬਰ ਮਾਰ ਦਿੱਤੇ ਗਏ ਸੀ। ਹਾਂਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪੰਜਾਬ ਨੇ ਸੰਤਾਪ ਹੰਢਾਇਆ ਕਾਲੇ ਦੌਰ ਦਾ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਲਹਿਰ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਦਾ ਉਜਾੜਾ ਹੋਇਆ, ਬਹੁਤ ਸਾਰੇ ਸ਼ਹੀਦ ਹੋਏ, ਤੇ ਦੂਜੇ ਪਾਸੇ ਬਹੁਤ ਸਾਰੇ ਪੁਲਿਸ ਦੇ ਨਾਲ ਸੰਬੰਧਿਤ ਜਿਹੜੇ ਜਵਾਨ ਸਨ ਉਹ ਵੀ ਮਾਰੇ ਗਏ, ਉਹਨਾਂ ਦੇ ਪਰਿਵਾਰ ਵੀ ਉਜੜੇ। ਅਤੇ ਇਸ ਕਾਲੇ ਦੌਰ ਦੇ ਦੌਰਾਨ ਸੰਤਾਪ ਪੰਜਾਬ ਨੇ ਹੰਢਾਇਆ। ਪਰ ਇਸ ਦੌਰਾਨ ਜਿਹੜੇ ਪੁਲਿਸ ਦੇ ਨਾਲ ਸੰਬੰਧਿਤ ਜਵਾਨ ਸਨ, ਸੁਰੱਖਿਆ ਫੋਰਸਾਂ ਦੇ ਵਿੱਚ ਤੈਨਾਤ ਸਨ, ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਬੈਨੀਫਿਟ ਦਿੱਤਾ ਜਾਂਦਾ ਸੀਗਾ, ਅਤੇ ਨਾਲ ਹੀ ਜਿਹੜੇ ਨਾਗਰਿਕ ਸੀਗੇ, ਜਿਹੜੇ ਸਿਵਲੀਅਨ ਸੀਗੇ, ਜਿਨ੍ਹਾਂ ਨੂੰ ਕੋਈ ਜਿਹੜੇ ਲਹਿਰ ਦੇ ਨਾਲ ਜੁੜੇ ਹੋਏ ਨੌਜਵਾਨਾਂ ਦੀ ਗੋਲੀ ਦੇ ਨਾਲ ਮਾਰੇ ਗਏ, ਸ਼ਿਕਾਰ ਹੋਏ, ਉਹਨਾਂ ਦੇ ਪਰਿਵਾਰਾਂ ਨੂੰ ਵੀ ਦੁਆਰਾ ਵਸਾਉਣ ਦੇ ਲਈ ਇੱਕ ਕੋਸ਼ਿਸ਼ ਕੀਤੀ ਗਈ। ਇਸ ਵੇਲੇ ਸਾਡੇ ਨਾਲ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਸਾਡੇ ਨਾਲ ਨੇ। ਇਕਬਾਲ ਸਿੰਘ ਜੀ, ਜਿਸ ਢੰਗ ਦੇ ਨਾਲ ਪਰਿਵਾਰਾਂ ਦੀ ਗੱਲ ਹੈ, ਪੀੜਤ ਜਿਹੜੇ ਦੋਹਾਂ ਧਿਰਾਂ ਦੇ ਲੋਕ ਹੋਏ, ਸਰਕਾਰ ਦੇ ਵੱਲੋਂ ਇੱਕ ਯੋਜਨਾ ਚਲਾਈ ਗਈ, ਪਹਿਲਾਂ ਤਾਂ ਯੋਜਨਾ ਕੀ ਸੀਗੀ? ਰਾਣਾ ਜੀ, ਵੀ ਦੋਨਾਂ ਧਿਰਾਂ ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਵਾਸਤੇ ਜੀ ਪੰਜਾਬ ਸਰਕਾਰ ਨੇ ਮਾਲ ਪੁਨਰਵਾਸ ਤੇ ਮੁੜ ਵਸੇਵਾ ਵਿਭਾਗ ਆਲਰੇਡੀ ਕੰਮ ਕਰ ਰਿਹਾ ਸੀਗਾ। ਉਹਦੇ ਤਹਿਤ ਉਹਨਾਂ ਪਰਿਵਾਰਾਂ ਨੂੰ ਮੇਰਾ ਖਿਆਲ ਆ ਵੀ ਜੋ ਮੇਰੇ ਕੋਲ ਰਿਕਾਰਡ ਆਇਆ ਮਹਿਕਮੇ ਵੱਲੋਂ, ਉਹਦੇ ਮੁਤਾਬਕ 11 ਕਿਸਮ ਦੀਆਂ ਸਹੂਲਤਾਂ ਉਹਦੇ ਵਿੱਚ ਦਰਜ ਨੇ। ਜਿਵੇਂ ਉਦਾਹਰਨ ਤੌਰ 'ਤੇ ਨੰਬਰ 1 ਨੌਕਰੀ, ਗੁਜ਼ਾਰਾ ਭੱਤਾ ਪਰਿਵਾਰ ਨੂੰ ਅੱਜ ਕੱਲ੍ਹ 5000 ਰੁਪਈਆ ਵਾ, ਪੜ੍ਹਾਈ ਦਾ ਬੱਚਿਆਂ ਦਾ ਸਾਰਾ ਖਰਚ, ਮੁਫਤ ਬੱਸ ਦਾ ਸਫ਼ਰ ਦੀ ਸਹੂਲਤ, ਰਾਖਵੇਂਕਰਨ ਨਾਲ ਸੰਬੰਧਿਤ ਪੜ੍ਹਾਈ ਦੇ ਵਿੱਚ, ਉੱਚ ਵਿੱਦਿਆ ਦੇ ਵਿੱਚ, ਜਾਂ ਕੋਈ ਮਕਾਨਾਂ ਦੀ ਜਾਂ ਕਹਿ ਲਈਏ ਵੀ ਪੁੱਡਾ ਦੇ ਜਿਹੜੀ ਪਾਲਿਸੀਆਂ ਵਾ ਨਾ, ਤੇ ਜਾਂ ਸਰਕਾਰ ਦੀਆਂ, ਇਸ ਤਰ੍ਹਾਂ ਦੀਆਂ ਮਤਲਬ 11 ਕਿਸਮ ਦੀਆਂ ਸਹੂਲਤਾਂ। ਪਰ ਸਵਾਲ ਇਹਦੇ ਨਾਲ ਇਹੀ ਹੈ ਵੀ ਜਿਹੜੇ ਇਹ ਕਿਸਮ ਦੀਆਂ ਸਹੂਲਤਾਂ ਤਾਂ ਐਲਾਨ ਤਾਂ ਹੋ ਗਿਆ ਸਰਕਾਰ ਦੇ ਵੱਲੋਂ, ਪਰ ਕੀ ਉਹ ਪੀੜਤ ਪਰਿਵਾਰਾਂ ਨੂੰ ਮਿਲੀਆਂ ਵੀ ਜਾਂ ਨਹੀਂ ਮਿਲੀਆਂ? ਦੇਖੋ, ਜੋ ਸਾਡੇ ਕੋਲੇ ਜਥੇਬੰਦਕ ਤੌਰ 'ਤੇ ਮਸਲੇ ਸਾਹਮਣੇ ਆਏ ਆ, ਉਹਨਾਂ ਦੇ ਮੁਤਾਬਕ ਤਾਂ ਇਹ ਆ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਅਨੇਕਾਂ ਲੋਕਾਂ ਨੂੰ ਨਹੀਂ ਮਿਲੀਆਂ। ਬਿਲਕੁਲ ਨਹੀਂ ਮਿਲੀਆਂ। ਦੋਨਾਂ ਤਰ੍ਹਾਂ ਦੇ ਜਿਹੜੇ ਲੋਕ ਆ ਨਾ, ਉਹ ਮਤਲਬ ਇਹਨਾਂ ਸਹੂਲਤਾਂ ਤੋਂ ਵਾਂਝੇ ਨੇ। ਬਹੁਤ ਸਾਰੇ ਸਾਡੇ ਕੋਲ ਉਦਾਹਰਨਾਂ ਨੇ। ਜਿਹੜੀ ਤਾਜ਼ਾ ਹੁਣ ਉਦਾਹਰਨ ਸਾਡੇ ਸਾਹਮਣੇ ਆ ਰਹੀ ਆ, ਉਹ ਆ ਪੁਲਿਸ ਡਿਪਾਰਟਮੈਂਟ ਦੀ। ਵੀ ਪੁਲਿਸ ਡਿਪਾਰਟਮੈਂਟ ਦੇ ਹਰ 21 ਅਕਤੂਬਰ ਨੂੰ ਜਿਹੜਾ ਪੰਜਾਬ ਪੁਲਿਸ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜੇ ਇਹਨਾਂ ਦੇ ਕਰਮਚਾਰੀ ਸ਼ਹੀਦ ਹੋ ਗਏ, ਉਹਨਾਂ ਨੂੰ ਸ਼ਹੀਦੀ ਦਾ ਰੁਤਬਾ ਦਿੱਤਾ ਗਿਆ ਨਾ, ਸ਼ਹੀਦ ਦਾ, ਤੇ ਉਹ ਮਤਲਬ ਮਾਰੇ ਗਏ, ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਾਇਆ ਜਾਂਦਾ ਵਾ, ਤੇ ਉਹਨਾਂ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੀ ਜਿਹੜੀ ਗੱਲ ਆ, ਉਹਦੇ ਦਾਅਵੇ ਕੀਤੇ ਜਾਂਦੇ ਨੇ। ਵਿਧਵਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ, ਉੱਥੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ, ਹਰ ਵਾਰੀ ਅਸੀਂ ਮਨਾਉਂਦੇ ਹਾਂ। ਪਰ ਗਰਾਊਂਡ ਰਿਐਲਿਟੀ ਕੀ ਹੈ? ਰਿਐਲਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਨੌਕਰੀ ਦੀ ਆ। ਅਨੇਕਾਂ ਪਰਿਵਾਰ ਇਹੋ ਜਿਹੇ ਨੇ ਜਿਹੜੇ ਮਤਲਬ ਨੌਕਰੀਆਂ ਨੂੰ ਤਰਸਦੇ ਨੇ, ਠੀਕ ਆ। ਅਨੇਕਾਂ ਪਰਿਵਾਰ ਇਹੋ ਜਿਹੇ ਜਿਨ੍ਹਾਂ ਨੂੰ ਸਾਡੀ ਜਥੇਬੰਦੀ ਵੱਲੋਂ ਅਸੀਂ ਮਤਲਬ ਲੜ ਘੁਲ ਕੇ ਨੌਕਰੀਆਂ ਦਿਵਾਈਆਂ ਵਾ। ਕਿੰਨੀਆਂ ਨੌਕਰੀਆਂ ਦੀ ਪ੍ਰੋਵੀਜ਼ਨ ਹੈਗੀ ਹੈ? ਜਿਹੜੇ ਵਾਰਸ ਨੇ, ਪਰਿਵਾਰਿਕ ਮੈਂਬਰ ਨੇ, ਬਾਅਦ ਵਿੱਚ ਜੇ ਕੋਈ ਸ਼ਹੀਦ ਹੁੰਦਾ ਹੈ ਸਰਕਾਰ ਦੇ ਮੁਤਾਬਕ, ਤਾਂ ਕੀ ਹੈਗਾ? ਦੇਖੋ, ਇੱਕ ਨੌਕਰੀ ਜਿਹੜੀ ਇੱਕ ਵਾਰਸ ਨੂੰ ਮਿਲਣੀ ਹੁੰਦੀ ਆ,
ਪਰਿਵਾਰ ਨੂੰ ਚਲਾਉਣ ਵਾਸਤੇ, ਕਿਉਂਕਿ ਇੱਕ ਬੰਦਾ ਸ਼ਹੀਦ ਹੋ ਗਿਆ, ਉਹਦਾ ਕੋਈ ਰੋਜੀ ਰੋਟੀ ਦਾ ਗੁਜ਼ਾਰਾ ਨਹੀਂ ਤੇ ਇੱਕ ਨੌਕਰੀ ਮਿਲਣੀ ਸੀਗੀ। ਪਰ ਜਦੋਂ ਅਸੀਂ ਰਿਕਾਰਡ ਨੂੰ ਖੰਗਾਲਿਆ ਤਾਂ ਇੱਥੇ ਪੁਲਿਸ ਡਿਪਾਰਟਮੈਂਟ ਨੇ ਆਪਦੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਵਾਰਸਾਂ ਨੂੰ ਮੇਰਾ ਖਿਆਲ ਆ ਵੀ ਜੇ ਮੈਂ ਰਿਕਾਰਡ ਦੇ ਮੁਤਾਬਕ ਦੇਖਾਂ ਤਾਂ ਜਿੰਨਾ ਰਿਕਾਰਡ ਹੁਣ ਤੱਕ ਸਾਡੇ ਕੋਲੇ ਆਇਆ 282 ਜਿਹੜੇ ਸ਼ਹੀਦਾਂ ਦਾ ਰਿਕਾਰਡ ਸਾਡੇ ਕੋਲੇ ਆਇਆ ਵਾ, ਪੁਲਿਸ ਮੁਲਾਜ਼ਮ ਜਿਹੜੇ ਫੌਤ ਹੋਏ। ਅੱਛਾ, ਉਹਨਾਂ ਦੇ ਵਿੱਚੋਂ 165 ਜਿਹੜੇ ਵਾਰਸ ਨੇ, ਉਹਨਾਂ ਨੂੰ 2-2 ਤੇ 3-3 ਨੌਕਰੀਆਂ ਦਿੱਤੀਆਂ ਗਈਆਂ। ਦੂਜੇ ਪਾਸੇ ਉਹ ਪਰਿਵਾਰ ਵੀ ਸਾਡੇ ਕੋਲੇ ਗਰਾਊਂਡ ਤੇ ਆ ਜਿਨ੍ਹਾਂ ਦੀ ਪੈਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਆ, ਜਿਨ੍ਹਾਂ ਨੂੰ ਇੱਕ ਵੀ ਨੌਕਰੀ ਨਹੀਂ ਮਿਲੀ। ਇੱਕ ਪਾਸੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਇੱਕ ਵੀ ਨੌਕਰੀ ਨਹੀਂ ਮਿਲੀ, ਇੱਕ ਪਾਸੇ ਉਹ ਵੀ ਪਰਿਵਾਰ ਨੇ ਜਿਨ੍ਹਾਂ ਨੂੰ 2-2 ਵੀ ਤੇ 3-3 ਵੀ ਮਿਲੀਆਂ। ਇਹ ਕਿਸ ਕਾਨੂੰਨ 'ਚ ਮਿਲ ਗਈਆਂ ਪਤਾ ਕੁਛ? ਦੇਖੋ, ਇਹਦੇ ਵਾਸਤੇ ਕਾਨੂੰਨ ਜੋ ਵੱਡੇ ਉੱਚ ਅਫਸਰਾਂ ਦੇ ਨਾਲ ਸਾਡੀਆਂ ਮੀਟਿੰਗਾਂ ਦੇ ਵਿੱਚ ਗੱਲ ਸਾਹਮਣੇ ਆਈ ਆ ਬਈ ਇਹਦੇ ਵਾਸਤੇ ਸਪੈਸ਼ਲ ਕਾਨੂੰਨ ਕੋਈ ਨਹੀਂ, ਪਰ ਆ ਜੋ ਰਿਕਾਰਡ ਮੇਰੇ ਕੋਲੇ ਆਇਆ ਵਾ ਇਹਦੇ ਵਿੱਚ ਜ਼ਰੂਰ ਲਿਖਿਆ ਵਾ ਸਪੈਸ਼ਲ ਕੇਸ। ਦੇਖੋ 2-2 3 ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਜਿਹੜਾ ਰਿਕਾਰਡ ਸਾਡੇ ਕੋਲੇ ਆਇਆ, ਇਹਨੂੰ ਰਿਕਾਰਡ ਲੈਂਦਿਆਂ ਨੂੰ ਸਾਨੂੰ 3 ਸਾਲ ਲੱਗ ਗਏ। ਬਹੁਤ ਔਖਾ ਰਿਕਾਰਡ ਮਿਲਿਆ। 2500 ਦੇ ਕਰੀਬ ਹੁਣ ਤੱਕ ਅਸੀਂ ਆਰਟੀਆਈਆਂ ਇਹਨਾਂ ਸਾਰੇ ਕੰਮਾਂ ਵਾਸਤੇ ਮਤਲਬ ਲਿਖ ਚੁੱਕੇ ਹਾਂ। ਤੁਸੀਂ ਇਸ ਸੰਸਥਾ ਜਿਹੜੀ ਤੁਹਾਡੀ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਕੰਮ ਕਰ ਰਹੀ ਸੀ, ਪਹਿਲਾਂ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਤੁਸੀਂ ਇੱਕ ਨੌਕਰੀ ਦਿਵਾਉਣ ਲਈ ਜਦੋਜਹਿਦ ਕਰ ਰਹੇ ਸੀ। ਬਿਲਕੁਲ। ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇੱਕ ਨਹੀਂ ਵਾਰਸਾਂ ਨੂੰ 2-2 3-3 ਵੀ ਨੌਕਰੀਆਂ ਮਿਲ ਰਹੀਆਂ ਨੇ ਜਾਂ ਮਿਲੀਆਂ ਨੇ? ਜਿਨ੍ਹਾਂ ਪਰਿਵਾਰਾਂ ਨੂੰ ਅਸੀਂ ਇੱਕ ਨੌਕਰੀ ਦਵਾਈ, ਉਹ ਪਰਿਵਾਰ ਜਦੋਂ ਹਰ 21 ਅਕਤੂਬਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਮਨਾਇਆ ਜਾਂਦਾ ਜ਼ਿਲ੍ਹਾ ਲੈਵਲ ਤੇ, ਉਹਦੇ ਵਿੱਚ ਜਦੋਂ ਸ਼ਾਮਲ ਹੋਏ ਤਾਂ 2013 ਦੇ ਵਿੱਚ ਪੁਲਿਸ ਅਫਸਰਾਂ ਨੇ ਇਹਨਾਂ ਲੋਕਾਂ ਨੂੰ ਅਨਾਉਂਸਮੈਂਟ ਦੇ ਰਾਹੀਂ ਇਹ ਗੱਲ ਕਹੀ ਕਿ ਵੀ ਤੁਹਾਨੂੰ ਇੱਕ ਨੌਕਰੀ ਹੋਰ ਮਿਲਣੀ ਆ, ਤੁਸੀਂ ਮਤਲਬ ਅਪਲਾਈ ਕਰੋ। ਉਹਨਾਂ ਤੋਂ ਫਾਈਲਾਂ ਲਈਆਂ ਗਈਆਂ। ਸਾਡੀ ਜਥੇਬੰਦੀ ਤੱਕ ਵੀ ਗੱਲ ਆਈ, ਅਸੀਂ ਉਹਨਾਂ ਦੀ ਮਦਦ ਕੀਤੀ, ਉਹਨਾਂ ਦੇ ਕੇਸ ਭਜਵਾਈ, ਉਹਨਾਂ ਦੀ ਪੈਰਵਾਈ ਵੀ ਕੀਤੀ। ਪਰ ਅੰਤ ਕੀ ਹੋਇਆ? ਅੱਜ ਮੇਰਾ ਖਿਆਲ ਆ ਵੀ ਕਈ 4-5 ਸਾਲਾਂ ਬਾਅਦ ਰਿਜ਼ਲਟ ਇਹ ਨਿਕਲਿਆ, ਜਵਾਬ ਇਹ ਮਿਲਿਆ ਵੀ ਅਖੇ ਜੀ ਤੁਹਾਨੂੰ ਇੱਕ ਨੌਕਰੀ ਮਿਲ ਗਈ। ਹਾਲਾਂਕਿ ਇਹ ਜਿਹੜੇ ਪਰਿਵਾਰ ਆ ਇਹ ਐਸੀ ਪਰਿਵਾਰ ਨੇ, ਗਰੀਬ ਘਰਾਂ ਦੇ ਨੇ, ਬੇਰੁਜ਼ਗਾਰ ਬੱਚੇ ਨੇ, ਪੜ੍ਹ ਲਿਖ ਗਏ ਨੇ, ਲੋੜਵੰਦ ਨੇ। ਇਹਨਾਂ ਦੇ ਘਰਾਂ ਦੇ ਵਿੱਚ ਕੋਈ ਅਮੀਰੀ ਦੀ ਝਲਕ ਨਹੀਂ ਹੈਗੀ। ਜਿਹੜੀ ਗੱਲ ਤੁਸੀਂ ਦੱਸੀ ਆ ਸਾਨੂੰ ਕਿ 165 ਦੇ ਕਰੀਬ ਜਿਹੜੇ ਵਾਰਿਸ ਨੇ, ਇਹ ਕਿਵੇਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ 2-2 3-3 ਨੌਕਰੀਆਂ ਮਿਲ ਗਈਆਂ? ਦੇਖੋ, ਉਹ ਮਤਲਬ ਪਰਿਵਾਰ ਤਾਂ ਇਹਨਾਂ ਵਰਗੇ ਹੀ ਨੇ, ਬਟ ਉਹ ਥੋੜ੍ਹਾ ਬਹੁਤਾ ਅਸਰ ਸੂਖ ਰੱਖਦੇ ਨੇ। ਉਹਨਾਂ ਦੀ ਕੋਈ ਜਾਣ ਪਛਾਣ ਹੋ ਸਕਦੀ ਆ। ਉਹਨਾਂ ਦੇ ਵਾਸਤੇ ਜਿਹੜਾ ਕਾਨੂੰਨ ਉਹ ਵੱਖਰਾ ਕਿਵੇਂ ਹੋ ਗਿਆ? ਇਹ ਸਵਾਲ ਹੈ ਵੀ ਕਾਨੂੰਨ ਡਬਲ ਸਟੈਂਡਰਡ ਕਿਵੇਂ ਹੋ ਗਿਆ ਕਿ ਇੱਕ ਪਾਸੇ ਤਾਂ ਇੱਕ ਨੌਕਰੀ ਵੀ ਬਹੁਤ ਸਾਰੇ ਸ਼ਾਇਦ ਪਰਿਵਾਰਾਂ ਨੂੰ ਨਹੀਂ ਮਿਲੀ ਤੇ ਕਈਆਂ ਨੂੰ ਇੱਕ ਵੀ ਮਿਲੀ ਹੈ, ਕਈਆਂ ਨੂੰ 2-2 3-3 ਮਿਲ ਗਈਆਂ। ਬਿਲਕੁਲ, ਇੱਕ ਵਾਲੇ ਨੇਕਾਂ ਨੇ, ਉਹਨਾਂ ਨੂੰ ਦੂਜੀ ਨਹੀਂ ਮਿਲੀ, ਇਹਨਾਂ ਨੂੰ ਵੀ ਨਾ ਕਰ ਦਿੱਤੀ ਗਈ। ਇੱਥੇ ਕੁਝ ਪਰਿਵਾਰ ਸਾਡੇ ਕੋਲੇ ਮੌਜੂਦ ਵੀ ਨੇ। ਇਕਬਾਲ ਸਿੰਘ ਰਸੂਲਪੁਰ ਇਹਨਾਂ ਪਰਿਵਾਰਾਂ ਦੀ ਲੜਾਈ ਲੜ ਰਹੇ ਨੇ। ਰਸੂਲਪੁਰ ਜੀ, ਇੱਕ ਤਾਂ ਸਾਨੂੰ ਦੱਸੋ ਕਿ ਹਾਲੇ ਇਸ ਤਰ੍ਹਾਂ ਦੇ ਪਰਿਵਾਰ ਵੀ ਨੇ ਜਿਹਨਾਂ ਨੂੰ ਨੌਕਰੀ ਇਹਨਾਂ ਚੋਂ ਕਿਸੇ ਨੂੰ ਬਿਲਕੁਲ ਨਹੀਂ ਮਿਲੀ ਹੈਗੀ? ਬਿਲਕੁਲ ਜੀ, ਆ ਬੀਬੀ ਬੈਠੀ ਆ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਵੀ ਇਹਨਾਂ ਦੇ ਪਰਿਵਾਰ, ਇਹਨਾਂ ਦਾ ਪਿੰਡ ਕਮਾਲਪੁਰਾ ਸੀ ਜੀ। ਇਹਨਾਂ ਨੇ ਆਪਣੇ ਪਰਿਵਾਰ ਦੇ 3 ਜੀ ਗਵਾਏ। ਲਹਿਰ ਦੇ ਨਾਲ ਸੰਬੰਧਿਤ ਮੁੰਡਿਆਂ ਨੇ ਇਸ ਪਰਿਵਾਰ ਦੇ 3 ਜੀ, ਇਸ ਬੀਬੀ ਦਾ ਭਰਾ ਜਿਹੜਾ ਕਿ ਹੋਮਗਾਰਡ ਸੀਗਾ 1991 ਦੇ ਵਿੱਚ ਮੁੰਡਿਆਂ ਨੇ ਮਾਰਤਾ ਘਰੇ ਆ ਕੇ, ਨਾਲ ਹੀ ਇਹਦੇ ਫਾਦਰ ਤੇ ਇਹਦੀ ਮਦਰ ਨੂੰ ਉਹਨਾਂ ਨੂੰ ਮਾਰਤਾ। ਇਹ 4 ਭੈਣਾਂ ਬਚ ਗਈਆਂ। 4 ਭੈਣਾਂ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਅਫਸਰਾਂ ਨੂੰ ਮਿਲ ਚੁੱਕੀਆਂ ਵਾ ਐਜ ਪਰ ਰਿਕਾਰਡ। ਆ ਮੇਰੇ ਕੋਲ ਇਹਨਾਂ ਦਾ ਰਿਕਾਰਡ ਪਿਆ ਵਾ। ਅੱਛਾ, ਅੱਜ ਤੱਕ ਇਹਨਾਂ ਨੂੰ ਇੱਕ ਵੀ ਸਹੂਲਤ ਨਹੀਂ ਮਿਲੀ। ਤੁਸੀਂ ਨੌਕਰੀ ਦੀ ਗੱਲ ਤਾਂ ਦੂਰ, ਇਹਨਾਂ ਨੂੰ ਕੋਈ ਪੈਨਸ਼ਨ, ਕੋਈ ਗੁਜ਼ਾਰਾ ਭੱਤਾ, ਕੋਈ ਇੱਕ ਪੰਜੀ ਤੱਕ ਨਹੀਂ ਮਿਲੀਗੀ। ਸਵਾਈ ਕਾਨੂੰਨ ਮੁਤਾਬਕ ਜਾਂ ਜੋ ਵੀ ਸਰਕਾਰ ਦੀਆਂ ਗਾਈਡਲਾਈਨ ਸੀਗੀਆਂ ਉਹਨਾਂ ਨਾਲ ਨੌਕਰੀ ਤੇ ਜਿਹੜੀਆਂ 11 ਸਹੂਲਤਾਂ ਹੋਰ ਮਿਲਣੀਆਂ ਚਾਹੀਦੀਆਂ। ਬਿਲਕੁਲ, ਕੁਛ ਨਾ ਕੁਛ ਤਾਂ ਦੇਖੋ ਕੁਛ ਨਾ ਕੁਛ ਤਾਂ ਮਿਲਣਾ ਚਾਹੀਦਾ ਵਾ। ਅੱਛਾ, ਹੈਰਾਨੀ ਵਾਲੀ ਗੱਲ ਵੀ ਇਹਨਾਂ ਨੂੰ ਮਿਲਿਆ ਕੀ, ਉਹ ਤੁਹਾਨੂੰ ਉਹ ਆਪਦੇ ਮੂੰਹੋਂ ਦੱਸਣਗੇ ਵੀ ਕੀ ਮਿਲਿਆ ਉਹਨਾਂ ਨੂੰ। ਜੀ। ਕੀ ਨਾਮ ਬੀਬੀ ਜੀ ਤੁਹਾਡਾ? ਮਨਜੀਤ ਕੌਰ ਜੀ। ਮਨਜੀਤ ਕੌਰ। ਪਿੰਡ ਤੁਹਾਡਾ? ਕਮਾਲਪੁਰਾ ਜੀ। ਅੱਛਾ, ਕਦੋਂ ਦੀ ਗੱਲ ਹੈਗੀ ਹੈ ਤੇ ਕਿਹਨੂੰ ਮਾਰ ਦਿੱਤਾ ਸੀਗਾ ਉਦੋਂ? ਜੀ 1991 ਦਾ। ਅੱਛਾ, ਹਾਂਜੀ। ਤੇ ਬੀਬੀ ਤੇ ਬਾਪੂ ਤੇ ਭਰਾ ਜੀ। ਅੱਛਾ, ਤੁਹਾਡੇ ਪਰਿਵਾਰ ਦੇ 3 ਮੈਂਬਰ ਮਾਰ ਦਿੱਤੇ ਗਏ ਸੀਗੇ? ਹਾਂਜੀ। ਅੱਛਾ, ਫਿਰ ਤੇ ਉਸ ਤੋਂ ਬਾਅਦ ਤੁਸੀਂ 4 ਭੈਣਾਂ ਦਾ ਭਰਾ ਸੀਗਾ ਤੁਹਾਡਾ ਹਾਂਜੀ। ਜਿਹੜਾ ਹੋਮਗਾਰਡ 'ਚ ਸੀਗਾ? ਹਾਂਜੀ। ਕੀ ਨਾਮ ਸੀ ਉਹਨਾਂ ਦਾ? ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ। ਹਾਂਜੀ। ਤੇ ਉਸ ਤੋਂ ਬਾਅਦ ਜਿਹੜੇ ਬੈਨੀਫਿਟ ਮਿਲਣੇ ਹੁੰਦੇ ਨੇ, ਤੁਹਾਡੇ ਪਰਿਵਾਰ ਨੂੰ ਕਿਸੇ ਨੂੰ ਨੌਕਰੀ ਮਿਲੀ? ਨਹੀਂ ਜੀ, ਕਿਸੇ ਨੂੰ ਕੁਛ ਨਹੀਂ ਮਿਲਿਆ। ਅਸੀਂ ਤਾਂ ਹੁਣ ਭਾਂਡੇ ਮਾਂਜ ਕੇ ਰੋਟੀ ਖਾਂਦੇ ਆ ਜੀ। ਅੱਛਾ, 20 ਸਾਲ ਤੋਂ ਵੀ ਵੱਧ, 29 ਸਾਲ ਤਕਰੀਬਨ ਸਮਾਂ ਹੋ ਗਿਆ ਮੈਨੂੰ ਲੱਗਦਾ। 1991 ਦੀ ਇਹ ਗੱਲ ਹੈਗੀ ਹੈ ਤੇ ਹੁਣ 2020 ਚੱਲਦਾ ਤੇ 29 ਸਾਲ ਬਾਅਦ ਵੀ ਤੁਹਾਨੂੰ ਇਨਸਾਫ ਨਹੀਂ ਮਿਲਿਆ? ਹਾਂਜੀ। ਨਹੀਂ ਜੀ, ਅਸੀਂ 4 ਭੈਣਾਂ ਤੇ 4 ਘਰ ਵਾਲੇ ਜੀ ਬਹੁਤ ਗੇੜੇ ਗੂੜੇ ਖਾ ਕੇ ਹਾਨੀ ਸਰ ਨੂੰ ਘਰੇ ਬਹਿ ਗਏ।
ਅੱਛਾ ਹਾਂਜੀ ਸਾਡਾ ਕੋਈ ਹੱਲ ਨਹੀਂ ਹੋਇਆ, ਅਸੀਂ ਹਾਰ ਕੇ ਹਾਰ ਕੇ ਬਹਿ ਗਏ। ਫਿਰ ਇਹਨਾਂ ਦਾ ਸਾਨੂੰ ਪਤਾ ਲੱਗਿਆ, ਫਿਰ ਅਸੀਂ ਇਹਨਾਂ ਕੋਲੇ ਸਰ ਕੋਲੇ ਪਹੁੰਚੇ ਜੀ। ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਕਿ ਸਾਡੇ ਪਰਿਵਾਰ ਨੂੰ ਕੋਈ ਨੌਕਰੀ ਨਹੀਂ ਮਿਲੀ ਹੈਗੀ, ਮਿਲਣੀ ਚਾਹੀਦੀ ਸੀ? ਹਾਂਜੀ ਬਹੁਤ ਗਏ ਆ ਜੀ, ਫਿਰ ਲੁਧਿਆਣੇ ਤੱਕ ਬਹੁਤ ਗੇੜੇ ਖਾਦੇ ਅਸੀਂ, ਪਰ ਛਾਨੀ ਸਰ ਨੂੰ ਫਿਰ ਘਰੇ ਬਹਿ ਗਏ। ਕੀ ਕਹਿੰਦੇ ਸੀਗੇ ਤੁਹਾਨੂੰ? ਜਵਾਬ ਸਾਨੂੰ ਕੁਝ ਨਹੀਂ ਦੱਸਿਆ ਜੀ ਕਿਸੇ ਨੇ ਵੀ। ਹਾਂਜੀ ਜਵਾਬ ਮਿਲਦਾ ਕੀ ਸੀਗਾ? ਕਹਿੰਦੇ ਕੀ ਸੀਗੇ ਵੀ ਕਦੋਂ ਤੱਕ ਦੇਵਾਂਗੇ, ਨਹੀਂ ਦਿੱਤੀ ਕੁਝ ਦੱਸਦੇ ਸੀਗੇ? ਨਹੀਂ ਜੀ ਨਹੀਂ, ਕੁਝ ਨਹੀਂ ਦੱਸਿਆ ਸਾਨੂੰ। ਸੋ ਇਸ ਤਰ੍ਹਾਂ ਦੀ ਐਗਜ਼ਾਮਪਲ ਹੈ ਵੀ ਇੱਕ ਵੀ ਜਿਹੜਾ ਬੈਨੀਫਿਟ ਹੈ ਜਾਂ ਨੌਕਰੀ ਵੀ ਨਹੀਂ ਮਿਲੀ ਹੈਗੀ। ਬਿਲਕੁਲ ਬਿਲਕੁਲ ਰਾਣਾ ਸਾਹਿਬ, ਇਹਨਾਂ ਨੂੰ ਮੇਰਾ ਖਿਆਲ ਆ ਵੀ ਹੁਣ ਪਿਛਲੇ ਜਿਹੜਾ 21 ਤਰੀਕ ਹੁਣ ਲੰਘ ਕੇ ਗਈ ਆ 21 ਅਕਤੂਬਰ, ਉਹਦੇ ਵੀ ਇਹਨਾਂ ਨੂੰ ਬੁਲਾਇਆ। ਇਹਨਾਂ ਨੂੰ ਮਿਲਿਆ ਕੀ? ਇੱਕ ਕੰਬਲ ਤੇ ਇੱਕ ਲੱਡੂਆਂ ਦਾ ਡੱਬਾ, ਬਸ ਉਹ ਦੋ ਚੀਜ਼ਾਂ ਮਿਲਦੀਆਂ ਨੇ। ਲੱਡੂ ਕਦੇ ਵੰਡਦੇ ਨੇ? ਪਤਾ ਨਹੀਂ, ਦੇਖੋ ਇਹ ਤਾਂ ਖਰੇ ਬੀਬੀ ਨੇ ਦੱਸਿਆ ਵੀ ਮੈਂ ਜਦੋਂ ਹੁਣ ਇਹਨਾਂ ਨੂੰ ਪੁੱਛਿਆ ਬੀਬੀ ਤੁਹਾਨੂੰ ਵੀ ਉੱਥੇ ਫਿਰ ਮਤਲਬ ਹੁਣ ਤੱਕ ਕੀ ਮਿਲਿਆ, ਕਹਿੰਦੇ ਜੀ ਸਿਵਾਏ ਲੱਡੂਆਂ ਦਾ ਡੱਬਾ ਤੇ ਉਹ ਤੋਂ ਤੁਸੀਂ ਆਪ ਪੁੱਛ ਲਓ ਉਹਨਾਂ ਤੋਂ ਵੀ ਇਹਨਾਂ ਨੂੰ ਹੋਰ ਕੋਈ ਕੁਝ ਮਿਲਿਆ। ਕਦੇ ਜਸ਼ਨ ਮਨਾਏ ਜਾਂਦੇ ਨੇ? ਇਹ ਤਾਂ ਤੁਹਾਡਾ ਪਰਿਵਾਰ ਦਾ ਜੀ ਚਲੇ ਗਿਆ, ਗੋਲੀਆਂ ਦਾ ਸ਼ਿਕਾਰ ਹੋ ਗਿਆ, ਤੇ ਜਿਸ ਤੋਂ ਬਾਅਦ ਹੁਣ ਸਰਕਾਰਾਂ ਕਿਵੇਂ ਉਸ ਦਿਨ ਨੂੰ ਮਨਾਉਂਦੀਆਂ? ਹਾਂ ਨਹੀਂ ਠੀਕ ਹੈ ਜੀ, ਮੇਰੇ ਬੀਬੀ ਤੇ ਬਾਪੂ ਨੂੰ ਜੀ ਮੰਜੇ ਤੇ ਪਾ ਕੇ ਅੱਗ ਲਾ ਗਏ ਸੀ ਜੀ, ਭਰਾ ਨੂੰ ਨਹੀਂ ਲਾਈ ਉਹਨਾਂ ਨੇ ਅੱਗ, ਮੁਲਾਜ਼ਮ ਸੀ, ਤੇ ਤਾਂ ਕਰਕੇ ਫਿਰ ਅਸੀਂ ਹਾਰ ਕੇ ਰੋਜ਼ ਕਰਲਾ ਕੇ ਬੈਠ ਗਏ ਜੀ। ਹੁਣ ਘਰ ਉੱਜੜ ਗਿਆ ਜੀ, ਹੁਣ ਹੈ ਹੀ ਨਹੀਂ ਕੋਈ ਵੀ ਉੱਥੇ ਆਪਣੇ, ਉਹ ਪਰਿਵਾਰ ਖਤਮ ਹੋ ਗਿਆ। ਅੱਛਾ, ਜਿਹੜੇ ਦੂਜਾ ਪਰਿਵਾਰ ਹੈ ਇਕਬਾਲ ਸਿੰਘ ਜੀ, ਇਹਨਾਂ ਨੂੰ ਇੱਕ ਨੌਕਰੀ ਮਿਲੀ? ਹਾਂਜੀ, ਇਹ ਦੂਜੇ ਪਰਿਵਾਰ ਨੇ ਦੋ, ਇਹ ਵੀ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਨੇ। ਅੱਛਾ, ਇਹਨਾਂ ਦੇ ਵਿੱਚ ਵੀ ਸ਼ਹੀਦ ਇਹਨਾਂ ਦੇ ਜਿਹੜੇ ਮਤਲਬ ਇਹਨਾਂ ਦੇ ਹੋਏ ਆ, ਬੀਬੀ ਬੈਠੀ ਆ, ਇਹਨਾਂ ਦੇ ਪਤੀ ਸ਼ਹੀਦ ਹੋ ਗਏ, ਮਾਰੇ ਗਏ ਹਨ। ਉਸ ਤੋਂ ਬਾਅਦ ਇਹਨਾਂ ਨੂੰ ਇੱਕ ਵੱਡੇ ਲੜਕੇ ਨੂੰ ਅਸੀਂ ਬਹੁਤ ਜੱਦੋ-ਜਹਿਦ ਦੇ ਨਾਲ। ਹਾਂ, ਉਹ ਕਿੰਨੇ ਸਾਲ ਲੱਗੇ ਉਹਨੂੰ ਵੀ? ਦੇਖੋ ਮੇਰਾ ਖਿਆਲ ਆ ਵੀ ਉਹਦੇ 'ਚ ਸਾਨੂੰ 2008 ਤੋਂ ਅਸੀਂ ਚਿੱਠੀਆਂ ਪੱਤਰ ਲਿਖਣ ਲੱਗੇ, ਤੇ 5 ਸਾਲ 8 5 13 ਦੇ ਵਿੱਚ ਜਾ ਕੇ ਮਤਲਬ ਉਹਨੂੰ ਨੌਕਰੀ ਮਿਲੀ। ਹਾਲਾਂਕਿ ਉਹ ਲੜਾਈ ਤਾਂ 1991 ਜਦੋਂ 92 ਦੀ ਜਦੋਂ ਗੱਲ ਹੈਗੀ ਆ, ਉਦੋਂ ਉਦੋਂ ਤੋਂ ਹੀ ਲੜ ਰਹੇ ਸੀਗੇ। ਪਰ ਮੇਰੇ ਕੋਲ ਜਿੰਦੀ ਜਥੇਬੰਦੀ ਸਾਡੀ ਕੋਲੇ ਜਿਹੜਾ ਇਹ ਕੇਸ ਆਇਆ ਸਾਡੇ ਧਿਆਨ ਦੇ ਵਿੱਚ, ਤਾਂ ਉਹ 2008 ਦੀ ਗੱਲ ਆ। 2008 ਦੇ ਵਿੱਚੋਂ ਮੈਂ ਚਿੱਠੀਆਂ ਲਿਖਣੀਆਂ ਦਸੰਬਰ 2007 ਜਨਵਰੀ 2008 ਇਹਨਾਂ ਦੇ ਵੀ ਤੋਂ। ਹੋਮਗਾਰਡ 'ਚ ਸੀਗੇ, ਤੇ ਹੁਣ ਨੌਕਰੀ ਕਦੇ? ਜਰਮਲ ਸਿੰਘ ਇਹਨਾਂ ਦੇ ਪਤੀ ਜਿਹੜੇ ਸੀ ਉਹ ਮਤਲਬ ਸੀਗੇ, ਤੇ ਉਹ ਸੂਜਾਪੁਰ ਬੈਂਕ ਡਿਊਟੀ ਦੇ ਉੱਤੇ ਮਤਲਬ ਮਾਰੇ ਗਏ ਸੀਗੇ। ਉਸ ਤੋਂ ਬਾਅਦ ਲੰਬੀ ਲੜਾਈ ਲੜ ਕੇ ਇਹਨਾਂ ਨੂੰ ਨੌਕਰੀ ਦਵਾਈ, ਇਹਦੇ ਵੱਡੇ ਬੇਟੇ ਨੂੰ ਇਹਨਾਂ ਨੂੰ ਜਿਹੜਾ ਗੁਜ਼ਾਰਾ ਭੱਤਾ 5000 ਰੁਪਏ ਅੱਜ ਕੱਲ੍ਹ ਮਿਲਦਾ ਉਹ ਦਵਾਇਆ। ਉਸ ਤੋਂ ਬਾਅਦ ਹੁਣ ਦੂਜੇ ਬੱਚੇ ਨੂੰ ਜਿਹੜੀ ਨੌਕਰੀ ਦੀ ਕਹਾਣੀ ਹੈ ਜਿਹੜੀ ਉਹ ਮਤਲਬ ਚਿੱਠੀ ਪੱਤਰ ਚੱਲ ਰਿਹਾ ਸੀਗਾ। ਮੈਂ ਆ ਰਿਹਾ ਤੁਹਾਡੇ ਕੋਲੇ, ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਕੁਲਦੀਪ ਕੌਰ ਆ ਜੀ। ਅੱਛਾ, ਤੁਹਾਡੇ ਕਿਸ ਦੀ ਡੈਥ ਹੋ ਗਈ ਸੀ? ਕਿਹਨੂੰ ਮਾਰ ਦਿੱਤਾ ਗਿਆ ਸੀ? ਸਾਡੇ ਘਰ ਦੇ ਸੀ। ਤੁਹਾਡੇ ਹਸਬੈਂਡ ਸੀਗੇ, ਪਤੀ ਸੀਗੇ ਤੁਹਾਡੇ? ਹਾਂਜੀ। ਕੀ ਸੀਗੇ ਉਹ? ਕਿਹੜੇ ਮਤਲਬ ਹੋਮਗਾਰਡ ਸੀਗੇ, ਪੁਲਿਸ 'ਚ ਸੀਗੇ, ਕੀ ਸੀਗੇ? ਪੰਜਾਬ ਪੈਲਸ 'ਚ ਸੀ। ਅੱਛਾ ਜੀ, ਤੇ ਕਦੋਂ ਦੀ ਗੱਲ ਹੈਗੀ ਹੈ? ਇਹ ਉਸ ਹੈਗੀ ਸੀ ਜੀ 90 91 ਸਾਲ 'ਚ ਹੀ ਸੀ। ਅੱਛਾ, 1990 91 ਦੀ ਗੱਲ ਹੈ। ਤੁਹਾਨੂੰ ਨੌਕਰੀ ਕਦੋਂ ਮਿਲੀ ਹੈ ਤੇ ਕਿਹਨੂੰ ਮਿਲੀ ਹੈ ਹੁਣ? ਨੌਕਰੀ ਵੱਡੇ ਬੇਟੇ ਨੂੰ ਮਿਲੀ ਹੈ ਜੀ, ਉਹ ਵੀ ਬਹੁਤ ਭੱਜ ਨੱਠ ਕੇ ਹੀ ਲਈ ਹੈ ਜੀ ਅਸੀਂ। ਕਾਹਦੀ ਨੌਕਰੀ ਮਿਲੀ ਉਹਨਾਂ ਨੂੰ? ਉਹਨੂੰ ਆਹ ਕਚਹਿਰੀਆਂ 'ਚ ਆ ਜੀ, ਚਾਹ ਪਾਣੀ ਤੇ ਹੀ ਆ ਜੀ ਸੇਵਾਦਾਰ ਹੈ। ਹਾਂਜੀ। ਅੱਛਾ, ਮਤਲਬ 1991 92 ਦੀ ਗੱਲ ਹੋਵੇ ਤੇ ਨੌਕਰੀ 2013 'ਚੋਂ ਵੀ ਇਸ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਮਦਦ ਦੇ ਨਾਲ ਬਹੁਤ ਲੜਾਈ ਲੜਨੀ ਪਈ। ਹਾਂਜੀ। ਸਵਾਲ ਇਹੀ ਹੈ ਵੀ ਜੇ ਬੈਨੀਫਿਟ ਸਰਕਾਰ ਦਿੰਦੀ ਹੈ ਤਾਂ ਇੱਕੋ ਜਿਹੇ ਕਿਉਂ ਨਹੀਂ ਪਰਿਵਾਰਾਂ ਨੂੰ? ਜਿਹੜੇ ਗਰੀਬ ਪਰਿਵਾਰ ਨੇ, ਜਿਹੜੇ ਉਸ ਦਾ ਹੱਕ ਰੱਖਦੇ ਨੇ, ਤਾਂ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ? ਇਹ ਦੇਖੋ, ਇਹਦੇ ਬਾਰੇ ਵੈਸੇ ਤਾਂ ਹੈਰਾਨੀ ਵਾਲੀ ਗੱਲ ਆ। ਆਰਟੀਆਈ ਦੇ ਵਿੱਚ ਰਾਣਾ ਜੀ ਕੇਸ ਲੱਗਿਆ, ਡੀਜੀਪੀ ਦਫ਼ਤਰ ਦੂਜੇ ਪਾਸੇ ਰਿਸਪੋਂਡੈਂਟ ਸੀਗਾ ਚੰਦੂ ਰਾਂਝਾ, ਅਜੀਤ ਸਿੰਘ ਚੰਦੂ ਰਾਂਝਾ ਸੂਚਨਾ ਕਮਿਸ਼ਨਰ ਸੀ। ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਬਈ ਕਹਿੰਦੇ ਜੀ ਤੁਹਾਨੂੰ ਰਿਕਾਰਡ ਇਹ ਚਾਹੀਦਾ ਕਾਹਦੇ ਵਾਸਤੇ ਆ ਉੱਥੇ, ਜਦੋਂ ਉਹਨਾਂ ਨੂੰ ਇਹ ਗੱਲ ਦੱਸੀ ਵੀ ਸਾਨੂੰ ਜੀ ਰਿਕਾਰਡ ਇਸ ਵਾਸਤੇ ਚਾਹੀਦਾ ਵਾ ਕਿ ਵੀ ਬਹੁਤ ਸਾਰੇ ਪਰਿਵਾਰ ਆ ਉਹਨਾਂ ਨੂੰ ਇੱਕ ਇੱਕ ਨੌਕਰੀ ਵੀ ਨਹੀਂ ਮਿਲੀ, ਤੇ ਜਾਂ ਫਿਰ ਬਹੁਤ ਸਾਰੇ ਪਰਿਵਾਰ ਆ ਜਿਨ੍ਹਾਂ ਨੂੰ ਸਿਰਫ ਇੱਕ ਹੀ ਮਿਲੀ, ਤੇ ਪਰ ਦੂਜੇ ਪਾਸੇ ਬਹੁਤ ਸਾਰੇ ਪਰਿਵਾਰ ਆ ਜਿਨ੍ਹਾਂ ਨੂੰ 2-2 ਤੇ 3-3 ਨੌਕਰੀਆਂ ਉਹ ਕਿਹੜੇ ਕਾਨੂੰਨ 'ਚ ਦੇਤੀਆਂ? ਸਵਾਲ ਤਾਂ ਇਹ ਸੀਗਾ। ਸੁਣ ਕੇ ਚੰਦੂ ਰਾਂਝਾ ਜੀ ਇੱਕ ਮਤਲਬ ਕਮਿਸ਼ਨਰ ਹੋਣ ਦੇ ਨਾਤੇ ਉਹ ਸੁਣ ਕੇ ਬੜੇ ਹੈਰਾਨ ਹੋ ਗਏ। ਕਹਿੰਦੇ ਜੀ ਵੀ ਇਹ ਕਿਵੇਂ ਹੋ ਸਕਦਾ? ਮੈਂ ਕਿਹਾ ਜੀ ਬਹੁਤੇ ਲੋਕਾਂ ਨੂੰ ਅੱਜ ਜਦੋਂ ਇਹ ਪਤਾ ਲੱਗੂਗਾ ਵੀ ਜਿਹੜੇ ਇਸ ਢੰਗ ਦੇ ਨਾਲ ਉਸ ਕਾਲੇ ਦੌਰ ਦੇ ਦੌਰਾਨ ਮਾਰੇ ਗਏ, ਤਾਂ ਉਹਨਾਂ ਦੇ ਕਈਆਂ ਨੂੰ ਤਾਂ ਇੱਕ ਵੀ ਨੌਕਰੀ ਨਹੀਂ ਮਿਲੀ, ਕਈਆਂ ਨੂੰ ਇਸ ਤਰ੍ਹਾਂ ਕਿ ਅੰਨਾ ਵੰਡੇ ਰਿਉੜੀਆਂ ਮੁੜ ਆਪਣਿਆਂ ਨੂੰ 2-2 3-3 ਨੌਕਰੀਆਂ ਦੇ ਦਿੱਤੀਆਂ। ਦੇਖੋ ਵੈਸੇ ਤਾਂ ਜਦੋਂ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਦੇ ਵਿੱਚ ਆਪਣੇ ਵਕੀਲ ਸਾਹਿਬ ਇਹਦੇ ਬਾਰੇ ਦੱਸਣਗੇ ਕਾਨੂੰਨੀ ਤੌਰ ਤੇ, ਪਰ ਜੋ ਜਥੇਬੰਦਕ ਸਮਝ ਮੇਰੀ ਹੈਗੀ ਆ ਉਹਦੇ ਮੁਤਾਬਕ ਸਰਕਾਰ ਕੋਲੇ ਆਪਣੀ ਨਿੱਜੀ ਕਹਿ ਲਈਏ ਵੀ ਉਹਨਾਂ ਦੀ ਇੱਕ ਪਾਵਰ ਆ ਸਰਕਾਰ ਕੋਲੇ ਵੀ ਉਹ ਕਿਸੇ ਨੂੰ ਵੀ ਨੌਕਰੀ ਦੇ ਸਕਦੇ ਆ। ਤੁਸੀਂ ਹੁਣ ਹੀ ਦੇਖ ਲਓ, ਚਾਹੇ ਆਪਣੇ ਬੇਅੰਤ ਸਿੰਘ ਦੇ ਪੋਤੇ ਨੂੰ ਮਤਲਬ ਸਾਬਕਾ ਮੁੱਖ ਮੰਤਰੀ, ਉਹਨਾਂ ਦੇ ਪੋਤੇ ਨੂੰ ਮਤਲਬ ਨੌਕਰੀ ਦਿੱਤੀ, ਕਿਉਂਕਿ ਸਰਕਾਰ ਦੀ ਮਰਜ਼ੀ ਹੈ, ਸਰਕਾਰ ਕਿਸੇ ਨੂੰ ਵੀ ਨੌਕਰੀ ਦੇ ਸਕਦੀ ਆ। ਦੂਜੇ ਪਾਸੇ ਆਪਣਾ ਇੱਕ ਜਿਹੜਾ ਹੁਣ ਕਰਮਚਾਰੀ, ਪੁਲਿਸ ਕਰਮਚਾਰੀ, ਉਹਦਾ ਗੁੱਟ ਵੱਢ ਦਿੱਤਾ ਸੀਗਾ, ਉਹਨਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਆ, ਹੈ ਨਾ।
ਦੇਖੋ ਸਰਕਾਰ ਦੀ ਮਰਜ਼ੀ ਹੈ, ਉਹ ਕਿਸੇ ਨੂੰ ਵੀ ਦੇ ਸਕਦੀ ਹੈ। ਅਸੀਂ ਇਸ ਗੱਲ ਦੇ ਵਿਰੋਧੀ ਨਹੀਂ। ਕਾਲੇ ਦੌਰ ਦੇ ਦੌਰਾਨ ਜਿਹੜੀਆਂ ਸੰਤਾਪ ਭੋਗਿਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲਣੀ ਚਾਹੀਦੀ ਸੀ ਮੈਂ ਨਾ ਉਹੀ ਫਿਰ। ਗੱਲ ਕਰ ਰਿਹਾ ਵੀ ਅਸੀਂ ਇਸ ਗੱਲ ਦੇ ਵਿਰੋਧੀ ਨਹੀਂ ਵੀ ਇਹਨਾਂ ਨੂੰ ਨੌਕਰੀਆਂ ਕਾਹਤੋਂ ਦੇਤੀਆਂ, ਪਰ ਅਸੀਂ ਇਸ ਗੱਲ ਦੇ ਹਾਮੀ ਆ ਕਿ ਸਰਕਾਰ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ ਵੀ ਇਹ ਜਿਹੜੇ ਕਾਲੇ ਦੌਰ ਦੇ ਵਿੱਚ ਵਿਚਾਰੇ ਜਿਨ੍ਹਾਂ ਨੇ ਆਪਦੇ ਪਤੀ ਆਪਣੇ ਪਰਿਵਾਰ ਦੇ ਮੈਂਬਰ ਗਵਾ ਲਏ, ਤੇ ਇਹਨਾਂ ਨੂੰ ਜੇ ਤੁਸੀਂ ਗਰੀਬ ਨੇ ਲੋੜਵੰਦ ਨੇ, ਜੇਕਰ ਲੋੜ ਮੁਤਾਬਕ ਇਹਨਾਂ ਨੂੰ ਦੂਜੀ ਨੌਕਰੀ ਵੀ ਤੁਸੀਂ ਦੇ ਦਿਓ ਜਿਵੇਂ ਦੂਜਿਆਂ ਨੂੰ ਦਿੱਤੀ ਆ, ਤੇ ਇਹਨਾਂ ਨੂੰ ਵੀ ਦੇ ਦਿਓ ਤਾਂ ਇਹਨਾਂ ਦਾ ਵਿਚਾਰਿਆਂ ਦਾ ਗੁਜ਼ਾਰਾ ਸੌਖਾ ਹੋ ਜਾਏ। ਇਹ ਪਰਿਵਾਰ ਆ ਜਿਹੜਾ ਇਹਨਾਂ ਨੂੰ ਵੀ ਤੁਸੀਂ ਲੜ ਕੇ ਨੌਕਰੀ ਦਵਾਈ ਆਪਣਾ ਨਾਲ ਕਾਰਵਾਈ ਕਰਕੇ। ਬਿਲਕੁਲ, ਜਿਹੜਾ ਇਹ ਇੱਕ ਤੀਜਾ ਪਰਿਵਾਰ ਆ ਇਹ ਬੈਠਾ ਆਪਣੇ ਕੋਲੇ, ਇਹਨਾਂ ਨੇ ਚਲੋ ਨੌਕਰੀ ਇਹਨਾਂ ਨੂੰ ਪਹਿਲਾਂ ਆਲਰੇਡੀ ਮਿਲ ਚੁੱਕੀ ਸੀਗੀ, ਇਹ ਦੂਜੀ ਨੌਕਰੀ ਦੇ ਮਾਮਲੇ ਦੇ ਵਿੱਚ ਆਪਣੇ ਕੋਲੇ ਪਹੁੰਚੇ ਸੀਗੇ। ਦੂਜੇ ਨੰਬਰ ਤੇ ਇਹਨਾਂ ਨੂੰ ਜਿਹੜਾ ਗੁਜ਼ਾਰਾ ਪਤਾ ਉਹ ਨਹੀਂ ਕਦੇ ਮਿਲਿਆ ਸੀ, ਅਜੇ ਉਹਦੀ ਕਾਰਵਾਈ ਵੀ ਸਾਡੀ ਵੱਖਰੀ ਤੌਰ ਤੇ ਚੱਲ ਰਹੀ ਆ। ਇਹਨਾਂ ਦਾ ਬੇਟਾ ਇਹਨੂੰ ਮਤਲਬ ਸੈਕੰਡ ਨੌਕਰੀ ਜਿਹੜੀ ਇਹਨਾਂ ਨੇ ਅਪਲਾਈ ਕੀਤੀ ਸੀਗੀ, ਕਿਉਂਕਿ ਇਹਨਾਂ ਨੇ ਕਹਿਣ ਤੇ ਅਪਲਾਈ ਕੀਤੀ ਆ, ਪਰ ਹੁਣ ਜਵਾਬ ਇਹ ਮਿਲ ਰਿਹਾ ਵਾ ਵੀ ਤੁਹਾਨੂੰ ਜੀ ਇੱਕ ਨੌਕਰੀ ਮਿਲ ਗਈ। ਕਦੋਂ ਅਪਲਾਈ ਕੀਤਾ ਦੂਜੀ ਵਾਰ ਇਹਨਾਂ ਨੇ ਮੇਰਾ ਖਿਆਲ 10ਵੀਂ ਪਾਸ ਜਦੋਂ ਇਹਨੇ ਕੀਤੀ ਆ ਮੁੰਡੇ ਨੇ 2012 ਦੇ ਵਿੱਚ ਸ਼ਾਇਦ, ਉਦੋਂ ਇਹਨਾਂ ਨੇ ਅਪਲਾਈ ਕੀਤਾ। ਉਸ ਤੋਂ ਬਾਅਦ 14 ਦੇ ਵਿੱਚ ਜਦੋਂ +2 ਕਰ ਲਈ ਫਿਰ ਅਪਲਾਈ ਕੀਤਾ। ਦੋਨੇ ਪਹਿਲਾਂ ਪੁਲਿਸ ਰਿਕਾਰਡ ਦੇ ਉੱਤੇ ਨੇ। ਮੈਂ ADGP ਸਾਹਿਬ ਨੂੰ ਮਿਲ ਕੇ ਆਇਆ, ਬਹੁਤ ਸਾਰੇ ਅਫਸਰਾਂ ਨਾਲ ਸਾਡੀਆਂ ਉੱਚ ਅਫਸਰਾਂ ਨਾਲ ਮੀਟਿੰਗਾਂ ਹੋਈਆਂ ਇਹਨਾਂ ਮਾਮਲਿਆਂ ਨੂੰ ਲੈ ਕੇ। ਉਹ ਤੁਸੀਂ ਹਿਸਾਬ ਲਾਓ ਰਾਣਾ ਜੀ ਵੀ SSP ਦਫ਼ਤਰ ਜਗਰਾਉਂ ਤੋਂ ਲੈ ਕੇ DIG ਦਫ਼ਤਰ ਲੁਧਿਆਣਾ, ਅੱਜ ਕੱਲ੍ਹ IG ਦਫ਼ਤਰ ਆ, ਉਸ ਤੋਂ ਬਾਅਦ ਤੁਸੀਂ DGP ਦਫ਼ਤਰ ਦੀ ਗੱਲ ਕਰ ਲਓ। ਮੇਰਾ ਖਿਆਲ ਆ ਵੀ ਕੋਈ ਜਿਹੜਾ ਇਹ ADGP ਵੈਲਫੇਅਰ ਅਫਸਰ ਹੋਊਗਾ ਜਿਹਨੂੰ ਮੈਂ ਨਹੀਂ ਮਿਲਿਆ ਹੋਊਗਾ, ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਮੈਂ ਉਹਨਾਂ ਅਫਸਰਾਂ ਨੂੰ ਮਿਲਦਾ ਰਿਹਾ। ਪਿੱਛੇ ਜੇ ਲੋਕਡਾਊਨ ਤੋਂ ਪਹਿਲਾਂ ਅਰਪਤ ਸ਼ੁਕਲਾ ਜੀ ADGP ਸੀਗੇ, ਉਹ ਮਤਲਬ ADGP ਵੈਲਫੇਅਰ ਲੱਗੇ ਸੀ। ਅਸੀਂ ਉਹਨਾਂ ਨੂੰ ਜਾ ਕੇ ਮੈਂ ਪਰਿਵਾਰਾਂ ਨੂੰ ਉਹਨਾਂ ਦੇ ਪੇਸ਼ ਕੀਤਾ। ਮੈਂ ਕਿਹਾ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਵੀ ਨੌਕਰੀਆਂ ਦੇ ਦਿਓ। ਉਹ ਕਹਿੰਦੇ ਜੀ ਵੀ ਇਹਨਾਂ ਨੂੰ ਇੱਕ ਨੌਕਰੀ ਮਿਲ ਗਈ। ਮੈਂ ਕਿਹਾ ਜੀ ਵੀ ਬਹੁਤ ਸਾਰੇ ਹੋਰ ਪਰਿਵਾਰ ਆ ਜਿਨ੍ਹਾਂ ਨੂੰ 2-2 3-3 ਵੀ ਮਿਲ ਗਈਆਂ। ਕਹਿੰਦੇ ਇਹ ਤਾਂ ਹੋ ਨਹੀਂ ਸਕਦਾ। ਮੈਂ ਕਿਹਾ ਜੀ ਮੇਰੇ ਕੋਲ ਰਿਕਾਰਡ ਆ। ਜਦੋਂ ਉਹਨਾਂ ਨੂੰ ਮੈਂ ਰਿਕਾਰਡ ਦਿਖਾਇਆ ਤਾਂ ਉਹ ਹੈਰਾਨ ਹੋਏ, ਪਰ ਚਲੋ ਫਿਰ ਵੀ ਉਹਨਾਂ ਨੇ ਹਮਦਰਦੀ ਪ੍ਰਗਟ ਕੀਤੀ। ਉਹ ਕਹਿੰਦੇ ਵੀ ਬਿਲਕੁਲ ਫਿਰ ਇਹ ਠੀਕ ਆ ਵੀ ਉਸ ਟਾਈਮ ਦੇ ਜਿਹੜੇ ਪਹਿਲਾਂ ਵਾਲੇ DGP ਸੀ ਸਮੇਤ ਸਿੰਘ ਸੈਣੀ, ਵੀ ਉਹਦੇ ਮੌਕੇ ਦੇ ਇਹ ਸਾਰਾ ਕੁਝ ਜਿਹੜਾ ਇਹ ਵਾਪਰਿਆ, ਤੇ ਉਦੋਂ ਉਹਨਾਂ ਦੇ ਮੌਕੇ ਨੌਕਰੀਆਂ ਦਿੱਤੀਆਂ ਗਈਆਂ। ਪਰ ਅਸੀਂ ਕਹਿੰਦੇ ਵੀ ਚਲੋ ਇਹਨਾਂ ਵਿਚਾਰਿਆਂ ਨੂੰ ਵੀ ਦੇ ਦਿਓ, ਇਹ ਵਿਚਾਰੇ ਡਿਜ਼ਰਵ ਕਰਦੇ। ਕੀ ਨਾਮ ਹੈ ਜੀ ਤੁਹਾਡਾ? ਗੁਰਮੀਤ ਕੌਰ ਆ ਜੀ। ਅੱਛਾ, ਗੁਰਮੀਤ ਕੌਰ। ਤੁਹਾਡਾ ਕੌਣ ਸ਼ਹੀਦ ਹੋ ਗਏ ਸੀ? ਸਾਡੇ ਘਰ ਦੇ ਸੀ ਸਰਦਾਰ ਬਲਬੀਰ ਸਿੰਘ। ਅੱਛਾ, ਕਿਹੜੀ ਜਗ੍ਹਾ ਸੀਗੇ ਤੈਨਾਤ? ਉਹ ਸੀ ਚੌਂਕੀਮਾਨ, ਡਿਊਟੀ ਸੀ ਉਹਨਾਂ ਦੀ। ਚੌਂਕੀਮਾਨ ਉਹਨਾਂ ਦਾ ਪੱਬੀ ਮੁਕਾਬਲਾ ਹੋਇਆ ਸੀ, ਅੱਛਾ, ਉੱਥੇ ਉਹ ਮਾਰੇ ਗਏ ਸੀ। ਤੁਹਾਨੂੰ ਫਿਰ ਕਦੋਂ ਨੌਕਰੀ ਮਿਲੀ ਉਹਦੀ? ਮੈਨੂੰ 2003 ਚ ਮਿਲ ਗਈ ਸੀ। ਤੇ ਕਦੋਂ ਇਹ ਮੁਕਾਬਲਾ ਕਦੋਂ ਹੋਇਆ ਸੀ? 492 ਨੂੰ। 92 ਤੋਂ ਬਾਅਦ ਤੁਹਾਨੂੰ ਨੌਕਰੀ 2003 ਚ ਮਿਲੀ ਹੈ ਜੀ। ਚ ਮਿਲੀ ਹੈ। ਹਾਂਜੀ। ਮਤਲਬ ਕਰੀਬ 11-12 ਸਾਲ ਬਾਅਦ ਤੁਹਾਨੂੰ ਇਹ ਨੌਕਰੀ ਮਿਲੀ। ਹਾਂਜੀ, 2003 ਚ ਮਿਲੀ ਆ। ਉਹ ਵੀ ਕਲਾਸ 4 ਦੀ ਮਿਲੀ ਆ। ਇਹਨਾਂ ਦੇ ਫਿਰ ਇਹ ਬੇਟੇ ਦੀ, ਛੋਟਾ ਬੇਟਾ ਤਾਂ ਮੇਰਾ ਉਹਨਾਂ ਦੀ ਡੈਥ ਤੋਂ ਬਾਅਦ ਦਾ ਜਨਮ ਉਹਦਾ ਤਾਂ, ਤੇ ਉਦੋਂ ਫਿਰ ਇਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਦੀਆਂ ਫੈਲਾਂ ਲਾ ਦਿਓ। ਪਹਿਲਾਂ ਅਸੀਂ ਲਾਤੀਆਂ ਸੀ। ਜਦ ਵੀ ਅਸੀਂ ਚੰਡੀਗੜ੍ਹ ਜਾਂਦੇ ਸੀ ਉਹ ਕਹਿੰਦੇ ਤੇ ਸੀ ਸਾਨੂੰ ਆਉਣ ਦੀ ਕੋਈ ਲੋੜ ਨਹੀਂ, ਤੁਹਾਡਾ ਕੰਮ ਓਕੇ ਆ, ਤੁਹਾਡਾ ਕੰਮ ਓਕੇ। ਅਸੀਂ ਕੋਈ ਬਹੁਤ ਗੇੜੇ ਮਾਰੇ, ਅਸੀਂ ਕੋਈ ਇਹਨਾਂ ਨੂੰ ਕਿਹਾ ਨਹੀਂ ਸੀ ਵੀ ਸਾਡੀਆਂ ਫੈਲਾਂ ਲਾਓ, ਇਹਨਾਂ ਨੇ ਆਪ ਹੀ ਕਿਹਾ ਸੀ। ਹੁਣ ਵੀ 28-29 ਸਾਲ ਹੋ ਗਏ ਨੇ ਹਾਲੇ ਵੀ। ਹਾਂਜੀ, ਹਾਲੇ ਵੀ ਕੋਈ ਹੁਣ ਬੇਟੇ ਦਾ ਕੁਝ ਨਹੀਂ ਬਣਿਆ, ਨਾ ਵੱਡੇ ਦਾ ਨਾ ਛੋਟੇ ਦਾ। ਸੋ ਇਸ ਵੇਲੇ ਅਸੀਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਲ ਗੱਲ ਕਰ ਰਹੇ ਹਾਂ। ਵਕੀਲ ਸਾਹਿਬ ਸਾਡੇ ਨਾਲ ਨੇ, ਸਤਿੰਦਰਪਾਲ ਸਿੰਘ ਧਾਲੀਵਾਲ ਸਾਹਿਬ। ਜਿਹੜੇ ਇਹ ਕੇਸ ਨੇ ਇਹ ਕਿਸ ਆਧਾਰ ਤੇ ਹੁਣ ਤੁਸੀਂ ਜਿਹੜੇ ਹਿਊਮਨ ਰਾਈਟਸ ਦੇ ਰਾਹੀਂ ਲੜ ਰਹੇ ਹੋ, ਕਿਵੇਂ ਹੈਗਾ ਇਹ? ਰਾਣਾ ਜੀ ਦੇਖੋ, ਹੁਣ ਸਾਡੇ ਕੋਲ ਜਦੋਂ ਦਾ ਇਹ ਮਸਲਾ ਆਇਆ ਹੋਇਆ ਉੱਦਾਂ ਹੀ ਅਸੀਂ ਇਹ 'ਤੇ ਪੈਰਵਾਈ ਕਰ ਰਹੇ ਹਾਂ। ਅਸੀਂ ਕੋਈ ਦਫ਼ਤਰ ਨਹੀਂ ਛੱਡਿਆ। ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਇਹਨਾਂ ਦੇ ਬਰਾਬਰਤਾ ਨਹੀਂ ਰਹੀ, ਵੀ ਇਹਨਾਂ ਨੂੰ ਡਿਸਕ੍ਰਿਮੀਨੇਸ਼ਨ ਕੀਤਾ ਗਿਆ, ਕਿਸੇ ਨੂੰ 1 ਨੌਕਰੀ ਕਿਸੇ ਨੂੰ 2 ਨੌਕਰੀਆਂ। ਤਾਂ ਇਹ ਜ਼ਿਆਦਾਤਰ ਪਰਿਵਾਰ ਸਾਡੇ ਕੋਲ ਜਿਹੜੇ ਅਨੁਸੂਚਿਤ ਜਾਤੀ ਨਾਲ ਰਿਲੇਟ ਕਰਦੇ ਆ। ਤਾਂ ਅਸੀਂ ਸਭ ਤੋਂ ਪਹਿਲਾ ਮਸਲਾ ਇਹ ਅਸੀਂ ਜਿਹੜਾ ਇੱਥੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਵਿੱਚ ਪਾਤਾ ਵਾ ਵੀ ਇਹਨਾਂ ਨੂੰ ਸਰਕਾਰ ਬਰਾਬਰਤਾ ਦੇ ਆਧਾਰ 'ਤੇ ਹੀ, ਅਗਰ ਦੂਜੇ ਨੂੰ 2-2 ਨੌਕਰੀਆਂ ਤਾਂ ਇਹਨਾਂ ਦੇ ਪਰਿਵਾਰਾਂ ਨੂੰ ਵੀ 2-2 ਨੌਕਰੀਆਂ, ਕਿਸੇ ਨੂੰ 1 ਵੀ ਨਹੀਂ ਮਿਲੀ ਤਾਂ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਉਸ ਤੋਂ ਬਾਅਦ ਅਸੀਂ ਸਾਡਾ ਜਿਵੇਂ ਵੀ ਸੰਸਥਾ ਦਾ ਅੱਗੇ ਮਿਸ਼ਨ ਹੋਏਗਾ ਵੀ ਇਹਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਣਾ। ਤਾਂ ਵੈਸੇ ਵੀ ਸਾਡਾ ਸੰਵਿਧਾਨ ਕਹਿ ਰਿਹਾ ਬਰਾਬਰਤਾ, ਆਰਟੀਕਲ 14, 16, ਇਹ ਸਾਰੀਆਂ ਸਾਡੀ ਬਰਾਬਰਤਾ ਇਹਨਾਂ ਨੂੰ ਦੇਣੀਆਂ ਹੀ ਚਾਹੀਦੀਆਂ ਵਾ। ਤੇ ਕਾਫੀ ਦੇਰ ਤੋਂ ਇਹ ਜਿਹੜਾ ਪ੍ਰੋਸੈਸ ਹੈ ਚੱਲ ਰਿਹਾ, ਕਿੰਨੇ ਕੁ ਸਾਲ ਹੋ ਗਏ ਜਿਹੜੀ ਇਹ ਲੜਾਈ ਇਸ ਢੰਗ ਨਾਲ ਚੱਲ ਰਹੀ ਹੈ? ਨਹੀਂ ਦੇਖੋ, ਜੋ ਸਾਡੇ ਧਿਆਨ 'ਚ ਆਇਆ, ਸਾਡੀ ਸੰਸਥਾ ਕੋਲੇ ਆਇਆ, ਉਦੋਂ ਤੋਂ ਹੀ ਅਸੀਂ ਚਿੱਠੀ ਪੱਤਰ ਕਰ ਰਹੇ ਹਾਂ। ਕਿਉਂਕਿ ਅਕਸਰ ਕੀ ਹੁੰਦਾ ਜਦੋਂ ਵੀ ਸਾਡੇ ਕੋਲ ਕੋਈ ਇਹੋ ਜਿਹੀ ਕੰਪਲੇਂਟ ਆਉਂਦੀ ਆ
ਤੇ ਸਾਡੇ ਕੋਲ ਰਿਕਾਰਡ ਕਈ ਵਾਰ ਨਹੀਂ ਹੁੰਦਾ, ਤਾਂ ਸਾਨੂੰ ਰਿਕਾਰਡ ਇਕੱਠਾ ਕਰਨ 'ਚ ਵੀ ਲੱਗ ਜਾਂਦਾ। ਜਿਵੇਂ 2008 ਦਾ, 2009 'ਚ, 2013 'ਚ ਦੁਬਾਰਾ ਕੁਝ ਬੰਦੇ ਆਏ ਆ, ਤੇ ਹਜੇ ਵੀ ਸਾਡੇ ਕੋਈ ਨਾ ਕੋਈ ਸੰਪਰਕ 'ਚ ਆ ਜਾਂਦਾ। ਜਿਨ੍ਹਾਂ ਨੂੰ ਪਤਾ ਲੱਗਦਾ, ਮੈਨੂੰ ਲੱਗਦਾ ਰਸੂਲਪੁਰ ਸਾਹਿਬ ਉਹ ਤੁਹਾਡੇ ਤੱਕ ਪਹੁੰਚ ਕਰਦੇ ਨੇ, ਕਿਉਂਕਿ ਹਾਲੇ ਵੀ ਅਜਿਹੇ ਪਰਿਵਾਰ ਨੇ ਵਿਚਾਰੇ ਜਿਹੜੇ ਅਨਪੜ੍ਹ ਸੀਗੇ, ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਜਾਂ ਜਿਨ੍ਹਾਂ ਨੂੰ ਸਰਕਾਰੀ ਦਰਬਾਰੇ ਪਹੁੰਚ ਨਹੀਂ ਸੀਗੀ, ਉਹਨਾਂ ਨੂੰ ਇਹ ਬੈਨੀਫਿਟ ਹੀ ਨਹੀਂ ਮਿਲ ਸਕੇ। ਬਿਲਕੁਲ, ਬਹੁਤ ਸਾਰੇ ਲੋਕ ਆ ਜਿਹੜੇ ਉਹ ਮਤਲਬ ਦਿਹਾੜੀਦਾਰ ਨੇ, ਅਨਪੜ੍ਹ ਨੇ, ਹੈ ਨਾ, ਉਹਨਾਂ ਨੂੰ ਗਿਆਨ ਨਹੀਂ। ਦੂਜੇ ਨੰਬਰ 'ਤੇ ਕਈ ਤਾਂ ਵਿਚਾਰੇ ਲੁਧਿਆਣੇ ਤੋਂ ਗਾਂ ਜਿਵੇਂ ਕਹਿ ਲਈਏ ਵੀ ਟੱਪੇ ਹੀ ਨਹੀਂ, ਗਿਆਨ ਉਹਨਾਂ ਨੂੰ ਕਿੱਥੋਂ, ਡੀਜੀਪੀ ਦਫ਼ਤਰੋਂ ਕਿੱਥੋਂ ਚਲੇ ਜਾਣਗੇ, ਹੈ ਨਾ। ਅੱਛਾ, ਪੁਲਿਸ ਦੇ ਉੱਚ ਅਧਿਕਾਰੀ ਕੀ ਸਮਝਦੇ ਨੇ ਹੁਣ ਇਹਨਾਂ ਪਰਿਵਾਰਾਂ ਦੇ ਨਾਲ ਕਿਵੇਂ ਦਾ, ਜਦੋਂ ਤੁਸੀਂ ਜਾਣਦੇ ਹੋ? ਕਿਉਂਕਿ ਇਸ ਦੌਰ ਨੂੰ ਸਮਾਪਤ ਹੋਏ ਨੂੰ ਕਾਫੀ ਸਮਾਂ ਹੋ ਗਿਆ, ਉਦੋਂ ਸੋਚ ਹੋਰ ਸੀ, ਹੁਣ ਸੋਚਾਂ ਬਦਲ ਜਾਂਦੀਆਂ ਨੇ, ਕੀ ਕੁਝ ਕਹਿੰਦੇ ਨੇ? ਅੱਛਾ, ਇੱਕ ਹੋਰ ਵੀ ਨਾਲ ਹੀ ਸਵਾਲ ਹੈ, ਕੀ ਇਸੇ ਡਿਪਾਰਟਮੈਂਟ 'ਚ ਨੌਕਰੀ ਮਿਲ ਸਕਦੀ ਜਾਂ ਕਿਸੇ 'ਚ ਵੀ ਮਿਲ ਸਕਦੀ ਹੈ? ਦੇਖੋ, ਜਿਹੜਾ ਤਾਂ ਰਿਹੈਬਿਲਿਟੇਸ਼ਨ ਦੇ ਅਧੀਨ ਤਾਂ ਕਿਤੇ ਵੀ ਮਿਲ ਸਕਦੀ ਆ, ਜਿਹੜੀ ਸੇਵਾਦਾਰ ਦੇ ਤੌਰ 'ਤੇ ਇਹ ਦਿੰਦੇ ਆ ਨਾ। ਜਿੱਥੋਂ ਤੱਕ ਗੱਲ ਹੈਗੀ ਆ ਉੱਚ ਮਤਲਬ ਵਿੱਦਿਆ ਦੀ ਯੋਗਤਾ ਦੇ ਆਧਾਰ 'ਤੇ, ਤਾਂ ਵੀ ਕਿਤੇ ਵੀ ਕਿਸੇ ਵੀ ਮਹਿਕਮੇ ਦੇ ਵਿੱਚ ਤਰਸ ਦੇ ਆਧਾਰ 'ਤੇ ਨੌਕਰੀ ਸਰਕਾਰ ਦੇ ਸਕਦੀ ਆ। ਅਗਲੀ ਗੱਲ, ਪੁਲਿਸ ਮਹਿਕਮੇ ਨੂੰ ਆਪ ਦੇ ਮੁਲਾਜ਼ਮਾਂ ਦੇ ਜਿਹੜੇ ਮਤਲਬ ਪਰਿਵਾਰਾਂ ਨੂੰ, ਤਾਂ ਉਹਨਾਂ ਨੂੰ ਜਿਹੜੇ ਯੋਗ ਬੱਚੇ ਆ ਉਹਨਾਂ ਨੂੰ ਆਪ ਦੇ ਮਹਿਕਮੇ ਦੇ ਵਿੱਚ ਵੀ ਨੌਕਰੀ ਦੇਣੀ ਚਾਹੀਦੀ ਆ। ਅਸੀਂ ਸਰਕਾਰ ਤੋਂ ਹੁਣ ਕੱਲ੍ਹ ਨੂੰ ਵੀ ਸਾਡੀ ਜਿਹੜੀ ਪਰਸੋਨਲ ਪਾਲਿਸੀ ਡਿਪਾਰਟਮੈਂਟ ਆ, ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਪਾਲਿਸੀਆਂ ਬਣਾਉਂਦਾ, ਉਹਨਾਂ ਦੇ ਨਾਲ ਸਾਡੀ ਮੀਟਿੰਗ ਆ ਉੱਚ ਅਫਸਰਾਂ ਦੇ ਨਾਲ, ਤੇ ਉੱਥੇ ਵੀ ਅਸੀਂ ਇਹ ਮੁੱਦਾ ਰੱਖਣਾ ਵਾ ਕਿ ਵੀ ਜਿਹੜੇ ਬੰਦੇ ਯੋਗ ਨੇ ਉਹਨਾਂ ਵਾਸਤੇ ਘੱਟੋ ਘੱਟ ਕੋਈ ਪਾਲਿਸੀ ਤੈਅ ਕੀਤੀ ਜਾਵੇ। ਡਿਸਕ੍ਰਿਮੀਨੇਸ਼ਨ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਤੁਸੀਂ ਜਦੋਂ ਫਿਰ ਆਰਟੀਆਈ ਦੇ ਤਹਿਤ ਇਹ ਚੀਜ਼ਾਂ ਪਾਉਣੀਆਂ ਸ਼ੁਰੂ ਕੀਤੀ, ਆਰਟੀਆਈ ਕਿ ਸਾਨੂੰ ਜਾਣਕਾਰੀ ਦਿੱਤੀ ਜਾਵੇ, ਤਾਂ ਫਿਰ ਪਹਿਲੀ ਵਾਰ 'ਚ ਆਰਟੀਆਈ 'ਚ ਇਨਫੋਰਮੇਸ਼ਨ ਮਿਲ ਗਈ ਤਾਂ ਬਹੁਤ ਸਮਾਂ ਲੱਗ ਗਿਆ ਇਹਨੂੰ? ਨਾ ਜੀ ਨਾ, ਇਹਦੇ ਵਾਸਤੇ ਮੇਰਾ ਖਿਆਲ ਆ ਵੀ ਸਾਲਾਂ ਬੱਧੀ ਟਾਈਮ ਲੱਗਿਆ। 2500 ਤੋਂ ਵੱਧ ਆਰਟੀਆਈਆਂ ਦਾ ਢੇਰ ਸਾਡੇ ਕੋਲੇ ਲੱਗਿਆ ਪਿਆ ਵਾ, ਤੇ 2008 ਤੋਂ ਲੈ ਕੇ ਹੁਣ ਤੱਕ ਇਹ ਸਾਰਾ ਰਿਕਾਰਡ ਇਕੱਠਾ ਕਰਦਿਆਂ ਨੂੰ ਸਾਨੂੰ 8 ਤੋਂ ਲੈ ਲਓ ਵੀ 12 ਸਾਲ ਲੱਗ ਗਏ। 12 ਰਿਕਾਰਡ ਮੰਗਿਆ, ਕੀ ਰਿਕਾਰਡ ਮੰਗਿਆ ਵੀ ਜਿਹੜੇ ਵਾਰਿਸ ਨੇ, ਕਿੰਨਿਆਂ ਨੂੰ ਵਾਰਿਸਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਇਹ ਪੁੱਛਿਆ ਗਿਆ? ਬਿਲਕੁਲ ਬਿਲਕੁਲ, ਸਟੈਪ ਬਾਈ ਸਟੈਪ ਸੀਗਾ ਬਈ ਕੁੱਲ ਕਿੰਨੇ ਸ਼ਹੀਦ ਹੋਏ ਆ, ਉਹਦੇ ਵਿੱਚੋਂ ਕਿੰਨਿਆਂ ਵਾਰਸਾਂ ਨੂੰ ਤੁਸੀਂ ਇੱਕ ਇੱਕ ਨੌਕਰੀ ਦਿੱਤੀ ਆ, ਕਿੰਨਿਆਂ ਨੂੰ ਦੋ ਦੋ ਦਿੱਤੀਆਂ ਵਾ, ਕਿੰਨਿਆਂ ਨੂੰ ਤਿੰਨ ਤਿੰਨ ਦਿੱਤੀਆਂ ਵਾ, ਠੀਕ ਹੈ ਨਾ। ਦੂਜੇ ਨੰਬਰ 'ਤੇ ਉਹਨਾਂ ਦਾ ਜਿਹੜਾ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਦਾ ਵੀ ਉਹਨਾਂ ਦਾ ਇਹ ਵੀ ਅਸੀਂ ਮੰਗਿਆ ਵੀ ਉਹਨਾਂ ਦਾ ਰਿਲੇਸ਼ਨ ਕੀ ਸੀ। ਮੰਨ ਲਓ ਸ਼ਹੀਦ ਹੋਣ ਵਾਲਾ ਜਿਹੜਾ ਕਰਮਚਾਰੀ ਆ, ਇੱਕ ਪੁਲਿਸ ਕਰਮਚਾਰੀ ਮੁੰਡਿਆਂ ਨੇ ਲਹਿਰ ਦੇ ਵਿੱਚ ਚਲੋ ਮਾਰਤਾ, ਉਸ ਤੋਂ ਬਾਅਦ ਉਹ ਜਿਹੜਾ ਸ਼ਹੀਦ ਆ ਉਹਦਾ ਜਿਹੜਾ ਤੁਸੀਂ ਨੌਕਰੀ ਦੇਣੀ ਆ, ਉਹ ਜਿਹੜਾ ਵਾਰਸ ਆ ਉਹਦਾ ਸ਼ਹੀਦ ਦੇ ਨਾਲ ਰਿਸ਼ਤਾ ਕੀ ਆ, ਉਹਦੇ ਵਿੱਚ ਸਾਡੇ ਕੋਲ ਰਿਕਾਰਡ ਦੱਸਦਾ ਵਾ ਕਿ ਵੀ ਰਿਸ਼ਤੇ ਦੇ ਵਿੱਚ ਉਹਦਾ ਜਿਵੇਂ ਕਹਿ ਲਈਏ ਵੀ ਪੋਤਾ ਵਾ, ਦੋਤਾ ਵਾ, ਭੈਣ, ਭਰਾ ਵਾ। ਮਤਲਬ ਡਾਇਰੈਕਟ ਬਲੱਡ ਰਿਲੇਸ਼ਨ ਨਹੀਂ ਹੈਗਾ ਜਿਵੇਂ ਹੁੰਦਾ ਹੈ? ਇਨਡਾਇਰੈਕਟ ਵੀ ਆ, ਇਨਡਾਇਰੈਕਟ ਵੀ ਹੈ। ਇਨਡਾਇਰੈਕਟ ਵੀ ਆ। ਸਭ ਨੂੰ ਚਲੋ ਨੌਕਰੀ ਦਿੱਤੀਆਂ, ਵਧੀਆ ਗੱਲ ਕੀਤੀ ਆ, ਚਲੋ ਉਹਨਾਂ ਦੇ ਪਰਿਵਾਰਾਂ ਦੇ ਰੋਟੀ ਪੈ ਗਏ। ਪਰ ਦੁੱਖ ਇਸ ਗੱਲ ਦਾ ਆਉਂਦਾ ਵੀ ਜਿਹੜੇ ਗਰੀਬ ਵਿਚਾਰੇ ਦਿਹਾੜੀਆਂ ਲਾਉਂਦੇ ਆ ਉਹਨਾਂ ਨੂੰ ਕਾਹਤੋਂ ਛੱਡਤਾ, ਉਹ ਕਿਉਂ ਛੱਡਤੇ? ਇੱਕ ਹੋਰ ਸਵਾਲ, ਜਿਹੜੇ ਦੂਜੀ ਧਿਰ ਆ ਜਿਹਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਖਾੜਕੂਆਂ ਦੇ ਨਾਲ ਜਾਂ ਲਹਿਰ ਦੇ ਨਾਲ ਜੁੜੇ ਹੋਏ ਲੋਕ ਸੀਗੇ, ਪਰਿਵਾਰਾਂ ਦਾ ਤਾਂ ਉਹਨਾਂ ਦਾ ਵੀ ਨੁਕਸਾਨ ਹੋਇਆ, ਉਹਨਾਂ ਲਈ ਵੀ ਇਹੀ ਪਾਲਿਸੀ ਹੈ? ਬਿਲਕੁਲ, ਬਹੁਤ ਸਾਰੇ ਪਰਿਵਾਰਾਂ ਨੂੰ ਅਸੀਂ ਇਸ ਤਰ੍ਹਾਂ ਜਿਹੜੀਆਂ ਨੌਕਰੀਆਂ ਦਵਾਈਆਂ ਵਾ, ਉਹ ਇੱਥੇ ਇੱਕ ਸਾਡੇ ਕੋਲ ਪਰਿਵਾਰ, ਚਲੋ ਅੱਜ ਉਹ ਨਹੀਂ ਮਤਲਬ ਆਏਗੇ, ਉਹਨਾਂ ਦਾ ਜਿਹੜਾ ਘਰ ਦਾ ਮੈਂਬਰ ਸੀ, ਮੁਖੀ ਘਰ ਦਾ, ਉਹ ਠੇਕੇ ਦੇ ਉੱਤੇ ਕੰਮ ਕਰਦਾ ਸੀਗਾ, ਮੁੰਡਿਆਂ ਨੇ ਮਾਰਤਾ, ਉਹਨੂੰ ਨੌਕਰੀ ਦਵਾਈ, ਉਹਦੀ ਮਾਤਾ ਨੂੰ ਪੈਨਸ਼ਨ ਮਤਲਬ ਲੱਗੀ। ਇਸੇ ਤਰ੍ਹਾਂ ਜਥੇਬੰਦੀ ਇਹ ਲੜਾਈ ਇੱਕ ਵੱਖਰੀ ਲੜ ਰਹੀ ਆ ਕਿ ਵੀ ਜਿਹੜੇ ਮਤਲਬ ਡਿਜ਼ਰਵ ਕਰਦੇ ਨੇ ਪਰ ਲਹਿਰ ਨਾਲ ਸੰਬੰਧਿਤ ਨਹੀਂ ਸੀਗੇ, ਉਹ ਵੀ ਤਾਂ ਮਾਰੇ ਗਏ ਨਾ, ਜਾਂ ਉਹ ਗੁੰਮਸ਼ੁਦਾ ਨੇ ਅੱਜ ਤੱਕ, ਉਹਨਾਂ ਨੂੰ ਵੀ ਤਾਂ ਮਤਲਬ ਇਹਦੇ ਵਿੱਚ ਤੁਹਾਡੀ ਗੱਲ ਵੀ ਜਿਹੜੇ ਇੱਕ ਤਾਂ ਪੁਲਿਸ ਦੇ ਨਾਲ ਸੰਬੰਧਿਤ, ਚਾਹੇ ਹੋਮਗਾਰਡ ਜਾਂ ਪੁਲਿਸ ਮੁਲਾਜ਼ਮ ਜਾਂ ਜਿਹੜੇ ਆਮ ਨਾਗਰਿਕ ਹੈ, ਉਹਨਾਂ ਦਾ ਵੀ ਇਹੀ ਹੱਕ ਹੈਗਾ। ਬਿਲਕੁਲ, ਉਹਨਾਂ ਦਾ ਵੀ ਹੱਕ ਆ। ਔਰ ਇਹਦੇ 'ਚ ਇੱਕ ਬੜਾ ਪੁਆਇੰਟ ਆ ਕਿ ਵੀ ਇੱਕ ਤਾਂ ਉਹ ਮੁਲਾਜ਼ਮ ਜਿਹੜੇ ਸਰਕਾਰੀ ਮੁਲਾਜ਼ਮ ਸੀ ਮਾਰੇ ਗਏ, ਦੂਜੇ ਪਾਸੇ ਉਹ ਜਿਹੜੇ ਮਤਲਬ ਲਹਿਰ ਨਾਲ ਜੁੜੇ ਹੋਏ ਸੀਗੇ ਮੁੰਡੇ, ਅਸੀਂ ਉਹਨਾਂ ਦੀ ਆਪਾਂ ਲਹਿਰ ਨਾਲ ਜੁੜਿਆਂ ਨੂੰ ਕੱਢ ਦਈਏ ਕਿਉਂਕਿ ਉਹ ਤਾਂ ਦਾਗੀ ਨੇ, ਆਪਾਂ ਮੰਨ ਲੈਂਦੇ ਹਾਂ। ਪਰ ਜਿਹੜੇ ਦਾਗੀ ਨਹੀਂ ਹੈਗੇ, ਜਿਹੜੇ ਵਿਚਾਰੇ ਤੜਕੇ ਪਾਠ ਕਰਨ ਰੌਲ ਲਾਉਣ ਗਏ, ਮੁੜ ਕੇ ਨਹੀਂ ਆਏ, ਰਾਤ ਨੂੰ 11 ਵਜੇ ਦਵਾਈ ਲੈਣ ਗਏ, ਉਹ ਮੁੜ ਕੇ ਨਹੀਂ ਆਏ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਨਾ, ਉਹਨਾਂ ਦਾ ਤਾਂ ਕੋਈ ਕੇਸ ਵੀ ਨਹੀਂ, ਕਿਸੇ ਸਾਡੇ ਕੋਲ ਇਸ ਤਰ੍ਹਾਂ ਦੇ ਕੇਸ, ਅਸੀਂ ਉਹਨਾਂ ਦੀ ਲੜਾਈ ਵੀ ਲੜ ਰਹੇ ਹਾਂ, ਉਹ ਕਦੇ ਵੱਖਰੀ ਗੱਲ, ਲੰਬੀ ਕਹਾਣੀ ਆ, ਵੱਖਰੀ ਕਦੇ ਗੱਲ ਕਰਾਂਗੇ। ਬਿਲਕੁਲ, ਸੋ ਇਹ ਵੱਡੀ ਗੱਲ ਇਹੀ ਹੈ ਕਿ ਜਿਹੜੇ ਸ਼ਹੀਦ ਪੁਲਿਸ ਪਰਿਵਾਰ ਨੇ, ਇਹਨਾਂ ਨਾਲ ਵਿਤਕਰਾ ਹੋਇਆ ਹੈ, ਤੇ ਹਾਲੇ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਬੈਨੀਫਿਟਸ ਜਿਹੜੇ ਮਿਲਣੇ ਚਾਹੀਦੇ ਸੀ
20-20 ਸਾਲ 30-30 ਸਾਲ ਗੁਜ਼ਰ ਚੁੱਕੇ ਨੇ ਇਨਸਾਫ ਦੀ ਉਡੀਕ ਦੇ ਵਿੱਚ। ਤੇ ਇੱਕ ਪਾਸੇ ਤੁਸੀਂ 165 ਪਰਿਵਾਰ ਇਹੋ ਜਿਹੇ ਸਾਹਮਣੇ ਆਏ ਨੇ। ਆਰਟੀਆਈ ਦਾ ਖੁਲਾਸਾ ਹੈ, ਔਨ ਰਿਕਾਰਡ ਗੱਲ ਹੈ ਕਿ 2-2 ਨੌਕਰੀਆਂ ਮਿਲ ਗਈਆਂ, 3-3 ਨੌਕਰੀਆਂ ਮਿਲ ਗਈਆਂ ਤੇ ਕਈ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੂੰ ਹੁਣ ਤੱਕ ਇੱਕ ਨੌਕਰੀ ਵੀ ਨਹੀਂ ਮਿਲੀ ਹੈ। ਸੋ ਪੁਲਿਸ ਡਿਪਾਰਟਮੈਂਟ ਤੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਆਖਿਰ 2-2 ਪਾਲਿਸੀਜ਼, ਡਬਲ ਸਟੈਂਡਰਡ ਕਿਉਂ? ਜੇ ਤੁਸੀਂ ਜਿਸ ਨੀਤੀ ਤਹਿਤ 2-2 3-3 ਨੌਕਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਨੇ ਤਾਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਵੀ, ਤੇ ਜਿਨ੍ਹਾਂ ਨੂੰ ਦੂਜੀ ਨੌਕਰੀ ਮਿਲਣੀ ਹੈ ਉਹ ਵੀ ਦਿੱਤੀ ਜਾਵੇ। ਫਿਲਹਾਲ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਕੀ ਕਰਦੀ ਹੈ। ਪਰ ਕਾਲੇ ਦੌਰ ਦੇ ਦੌਰਾਨ ਸੰਤਾਪ ਬਹੁਤ ਸਾਰੇ ਲੋਕਾਂ ਨੇ ਭੋਗਿਆ ਹੈ, ਘਰਾਂ ਦੇ ਘਰ ਉਜੜ ਗਏ ਤੇ ਉਹਨਾਂ ਦੀ ਸਹਾਇਤਾ ਦੀ ਜ਼ਰੂਰਤ ਹੈ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਵੀਰ ਸਿੰਘ ਰਾਣਾ।